ਆਡੀਓ ਵੀਡੀਓ ਸਿਸਟਮ ਸਬਜੈਕਟ ਦੇ ਵਿੱਚ ਪਹਿਲਾ ਪੋਰਸ਼ਨ ਹੈ ਆਡੀਓ ਸਿਸਟਮਸ। ਆਡੀਓ ਸਿਸਟਮਸ ਉਹ ਸਿਸਟਮ ਹੁੰਦੇ ਆ ਜਿਹੜੇ ਕਿ ਸਾਊਂਡ ਦੇ ਨਾਲ ਡੀਲ ਕਰਦੇ ਆ। ਆਡੀਓ ਦਾ ਮਤਲਬ ਹੀ ਹੁੰਦਾ ਹੈ ਕਿ ਸਾਊਂਡ। ਸੋ ਇਸ ਆਡੀਓ ਸਿਸਟਮਸ ਪੜ੍ਹਨ ਤੋਂ ਪਹਿਲਾਂ ਆਪਾਂ ਸਾਊਂਡ ਬਾਰੇ ਥੋੜ੍ਹਾ ਜਿਹਾ ਪਤਾ ਕਰ ਲੈਂਦੇ ਹਾਂ। ਸਾਊਂਡ ਬੇਸਿਕਲੀ ਕੀ ਹੈ? ਸਾਊਂਡ ਇੱਕ ਤਰ੍ਹਾਂ ਦੀ ਵੇਵ ਹੁੰਦੀ ਹੈ ਜੋ ਕਿ ਕਿਸੇ ਮੀਡੀਅਮ ਦੇ ਵਿੱਚ ਟਰੈਵਲ ਕਰਦੀ ਹੈ। ਨੋਰਮਲੀ ਆਪਾਂ ਜੋ ਦੇਖਦੇ ਹਾਂ ਸਾਊਂਡ ਕਿਹੜੇ ਮੀਡੀਅਮ 'ਚ ਟਰੈਵਲ ਕਰਦੀ ਹੈ, ਉਹ ਮੀਡੀਅਮ ਹੁੰਦਾ ਹੈ ਏਅਰ, ਜੋ ਕਾਮਨਲੀ ਯੂਜ਼ ਹੁੰਦਾ। ਹੋਰ ਮੀਡੀਅਮਸ ਵੀ ਹੋ ਸਕਦੇ ਆ ਬਟ ਨੋਰਮਲੀ ਜੋ ਯੂਜ਼ ਕਰਦੇ ਆ ਉਹ ਏਅਰ ਮੀਡੀਅਮ ਦੇ ਵਿੱਚ ਟਰੈਵਲ ਕਰਦੇ ਆ। ਏਅਰ ਦੇ ਵਿੱਚ ਸਾਊਂਡ ਏਅਰ ਪਾਰਟੀਕਲਸ ਨੂੰ ਕੰਪਰੈਸ ਕਰਕੇ ਜਾਂ ਏਅਰ ਪਾਰਟੀਕਲਸ ਨੂੰ ਇੱਕ ਦੂਸਰੇ ਤੋਂ ਦੂਰ ਕਰਕੇ ਟਰੈਵਲ ਕਰਦੀ ਹੈ। ਇੱਕ ਡਾਇਗਰਾਮ ਸ਼ੋ ਕਰਦਾ ਜਿਸ 'ਚ ਸਮਝ ਆ ਜਾਏਗਾ ਕਿ ਕਿਵੇਂ ਏਅਰ ਪਾਰਟੀਕਲਸ ਕੰਪਰੈਸ ਔਰ ਇੱਕ ਦੂਸਰੇ ਤੋਂ ਦੂਰ ਹੁੰਦੇ ਆ ਔਰ ਇਹ ਟਰੈਵਲ ਕਰਦੇ ਆ। ਜਿਵੇਂ ਡਾਇਗਰਾਮ 'ਚ ਸ਼ੋ ਕੀਤਾ ਗਿਆ ਕਿ ਸਪੀਕਰ ਤੋਂ ਜਦੋਂ ਸਾਊਂਡ ਜਨਰੇਟ ਹੁੰਦਾ ਤਾਂ ਏਅਰ ਪਾਰਟੀਕਲਸ ਕੰਪਰੈਸ ਹੁੰਦੇ ਆ। ਇਹਨਾਂ ਨੂੰ ਕੰਪਰੈਸ਼ਨ ਕਹਿੰਦੇ ਆ ਜਦੋਂ ਇੱਕ ਦੂਸਰੇ ਦੇ ਨਜ਼ਦੀਕ ਆ ਜਾਂਦੇ ਆ। ਜਦੋਂ ਏਅਰ ਪਾਰਟੀਕਲਸ ਇੱਕ ਦੂਸਰੇ ਤੋਂ ਦੂਰ ਹੁੰਦੇ ਆ ਇਹਨਾਂ ਨੂੰ ਆਪਾਂ ਰੇਅਰੀਫੈਕਸ਼ਨਸ ਕਹਿੰਦੇ ਆ। ਇਸ ਤਰ੍ਹਾਂ ਇਹ ਇੱਕ ਤਰ੍ਹਾਂ ਦੀ ਵੇਵ ਬਣ ਕੇ ਆਪਣੇ ਈਅਰਸ ਤੱਕ ਪਹੁੰਚਦੀ ਆ। ਆਪਣੇ ਈਅਰਸ ਤੱਕ ਜਦੋਂ ਸਾਊਂਡ ਪਹੁੰਚਦਾ ਤਾਂ ਫਿਰ ਆਪਣਾ ਉਹਨੂੰ ਇਲੈਕਟ੍ਰੀਕਲ ਸਿਗਨਲ 'ਚ ਕਨਵਰਟ ਕਰਕੇ ਬ੍ਰੇਨ ਤੱਕ ਪਹੁੰਚਦਾ ਹੈ ਅਤੇ ਆਪਾਂ ਨੂੰ ਪਤਾ ਲੱਗਦਾ ਕਿਸ ਤਰ੍ਹਾਂ ਦਾ ਸਾਊਂਡ ਆਇਆ ਹੈ। ਸੋ ਆਡੀਓ ਸਿਸਟਮ 'ਚ ਪਹਿਲਾ ਟੋਪਿਕ ਹੈ ਮਾਈਕਰੋਫੋਨਸ। ਮਾਈਕਰੋਫੋਨ ਬੇਸਿਕਲੀ ਇੱਕ ਡਿਵਾਈਸ ਹੈ ਜੋ ਕਿ ਕਨਵਰਟ ਕਰਦਾ ਹੈ ਸਾਊਂਡ ਨੂੰ ਇਲੈਕਟ੍ਰੀਕਲ ਸਿਗਨਲ ਦੇ ਵਿੱਚ, ਜਾਂ ਕਿ ਜਿਹੜੀ ਏਅਰ ਪ੍ਰੈਸ਼ਰ ਜਾਂ ਪ੍ਰੈਸ਼ਰ ਵੇਰੀਏਸ਼ਨ ਹੈ ਉਸ ਨੂੰ ਇਲੈਕਟ੍ਰੀਕਲ ਸਿਗਨਲ ਦੇ ਵਿੱਚ ਕਨਵਰਟ ਕਰਦਾ ਹੈ। ਜਿਵੇਂ ਦਾ ਪ੍ਰੈਸ਼ਰ ਵੇਰੀਏਸ਼ਨ ਦੀ ਫਰੀਕੁਐਂਸੀਜ਼ ਹੋਊਗੀ, ਇਲੈਕਟ੍ਰੀਕਲ ਸਿਗਨਲ ਦੀਆਂ ਵੀ ਸੇਮ ਉਵੇਂ ਹੀ ਫਰੀਕੁਐਂਸੀ ਹੋਊ। ਇਸ ਕਰਕੇ ਨਾ ਫਰੀਕੁਐਂਸੀ, ਨਾ ਫੇਜ਼, ਨਾ ਐਂਪਲੀਟਿਊਡ ਕੋਈ ਵੀ ਚੇਂਜ ਨਹੀਂ ਕਰਦਾ। ਜਿਵੇਂ ਦੀ ਪ੍ਰੈਸ਼ਰ ਵੇਰੀਏਸ਼ਨ ਦੀ ਫਰੀਕੁਐਂਸੀ, ਫੇਜ਼ ਔਰ ਐਂਪਲੀਟਿਊਡ ਹੈ, ਇਲੈਕਟ੍ਰੀਕਲ ਸਿਗਨਲ ਦਾ ਵਿੱਚ ਕਨਵਰਜਨ ਤੋਂ ਬਾਅਦ ਵੀ ਸੇਮ ਫੇਜ਼, ਫਰੀਕੁਐਂਸੀ ਔਰ ਐਂਪਲੀਟਿਊਡ ਰਹੇਗਾ। ਮਾਈਕਰੋਫੋਨ ਨੂੰ ਨੋਰਮਲੀ ਜੋ ਬੋਲਿਆ ਜਾਂਦਾ ਮਾਈਕ ਬੋਲਿਆ ਜਾਂਦਾ ਸ਼ਾਰਟ ਫਾਰਮ ਦੇ ਵਿੱਚ। ਮਾਈਕਰੋਫੋਨ ਹੀ ਆਡੀਓ ਸਿਸਟਮਸ ਦਾ ਫਸਟ ਸਟੈਪ ਜਾਂ ਫਸਟ ਸਬ ਸਿਸਟਮ ਹੈ, ਕਿਉਂਕਿ ਇਸ ਦੇ ਵਿੱਚ ਹੀ ਪ੍ਰੈਸ਼ਰ ਨੂੰ ਜਾਂ ਸਾਊਂਡ ਨੂੰ ਇਲੈਕਟ੍ਰੀਕਲ ਸਿਗਨਲ ਦੇ ਵਿੱਚ ਕਨਵਰਟ ਕੀਤਾ ਜਾਂਦਾ ਹੈ। ਸੋ ਨੈਕਸਟ ਦੇਖਦੇ ਹਾਂ ਕਿ ਕੋਈ ਮਾਈਕਰੋਫੋਨ ਕਿਵੇਂ ਦਾ ਰਿਕੁਆਇਰਮੈਂਟ ਹੋਣੀ ਚਾਹੀਦੀ ਹੈ ਜਾਂ ਕੀ ਉਹਦੇ ਫੀਚਰਸ ਹੋਣੇ ਚਾਹੀਦੇ ਆ। ਫਸਟ ਫੀਚਰ ਹੈ ਕਿ ਇਹ ਫਰੀਕੁਐਂਸੀ ਤੋਂ ਇੰਡੀਪੈਂਡੈਂਟ ਹੋਣਾ ਚਾਹੀਦਾ। ਇਸ ਦੀ ਵਰਕਿੰਗ ਫਰੀਕੁਐਂਸੀ ਤੋਂ ਇੰਡੀਪੈਂਡੈਂਟ ਮਤਲਬ ਕਿ ਕਿਸੇ ਵੀ ਤਰ੍ਹਾਂ ਦਾ ਸਿਗਨਲ ਆਵੇ, ਮਾਈਕ ਦੀ ਪਰਫੋਰਮੈਂਸ 'ਤੇ ਫਰੀਕੁਐਂਸੀ ਦਾ ਫਰਕ ਨਹੀਂ ਪੈਣਾ ਚਾਹੀਦਾ, ਤਾਂ ਕਿ ਇੰਡੀਪੈਂਡੈਂਟ ਆਫ ਫਰੀਕੁਐਂਸੀ ਹੋਣਾ ਚਾਹੀਦਾ ਮਾਈਕ ਦੀ ਵਰਕਿੰਗ। ਸੈਕਿੰਡ ਜੋ ਹੈ ਇਹ ਹੈ ਕਿ ਮਾਈਕ ਦੇ ਵਿੱਚ ਜਦੋਂ ਕਨਵਰਜਨ ਹੋਣੀ ਹੈ, ਨੋਇਜ਼ ਜਿਹੜੀ ਹੈ ਉਹ ਮਿਨੀਮਮ ਜਨਰੇਟ ਹੋਵੇ। ਮਿਨੀਮਮ ਨੋਇਜ਼ ਜਨਰੇਟ ਹੋਣ ਦੇ ਨਾਲ ਇਹ ਫਾਇਦਾ ਹੈ ਕਿ ਆਪਣੀ ਕਨਵਰਜਨ ਜਿਹੜੀ ਹੈ ਪ੍ਰੋਪਰ ਹੋਏਗੀ, ਉਸ ਦੇ ਵਿੱਚ ਕੋਈ ਐਡੀਸ਼ਨਲ ਨੋਇਜ਼ ਮਾਈਕ ਕਰਕੇ ਐਡ ਨਹੀਂ ਹੋਏਗੀ। ਥਰਡ ਇਜ਼ ਮਾਈਕ ਦੀ ਜਿਹੜੀ ਮਾਈਕਰੋਫੋਨ ਦੀ ਜਿਹੜੀ ਪਰਫੋਰਮੈਂਸ ਹੈ ਉਹ ਮਾਈਕਰੋਫੋਨ ਦੇ ਜੇ ਆਸੇ ਪਾਸੇ ਕੋਈ ਇਲੈਕਟ੍ਰੀਕਲ ਜਾਂ ਮੈਗਨੈਟਿਕ ਫੀਲਡਸ ਹੈ ਉਹਨਾਂ ਨਾਲ ਇਫੈਕਟ ਨਹੀਂ ਪੈਣਾ ਚਾਹੀਦਾ। ਮਾਈਕ ਉਸ ਤਰ੍ਹਾਂ ਇੰਡੀਪੈਂਡੈਂਟ ਵਰਕ ਕਰਨਾ ਚਾਹੀਦਾ। ਇਹ ਇਲੈਕਟ੍ਰਿਕ ਔਰ ਮੈਗਨੈਟਿਕ ਫੀਲਡਸ ਦਾ ਇਫੈਕਟ ਮਾਈਕ ਦੀ ਵਰਕਿੰਗ 'ਤੇ ਨਹੀਂ ਹੋਣਾ ਚਾਹੀਦਾ। ਫੋਰਥ ਹੈ ਰਿਕੁਆਇਰਮੈਂਟ ਮੈਕੈਨੀਕਲੀ ਰੋਬਸਟ, ਮਤਲਬ ਕਿ ਮਾਈਕ ਜਦੋਂ ਆਪਾਂ ਹੈਂਡਲ ਕਰਦੇ ਹਾਂ ਬਹੁਤ ਸੈਂਸਿਟਿਵ ਨਹੀਂ ਹੋਣਾ ਚਾਹੀਦਾ ਕਿ ਨੋਰਮਲ ਹੈਂਡਲਿੰਗ ਨਾਲ ਹੀ ਖਰਾਬ ਹੋ ਜਾਏ। ਇਸ ਕਰਕੇ ਉਹਨੂੰ ਮਕੈਨੀਕਲੀ ਰੋਬਸਟ ਹੋਣਾ ਚਾਹੀਦਾ। ਫਿਫਥ ਇਜ਼ ਮਾਈਕ ਦੀ ਵਰਕਿੰਗ ਡਾਇਰੈਕਸ਼ਨ ਆਫ ਸਾਊਂਡ ਤੋਂ ਇੰਡੀਪੈਂਡੈਂਟ ਹੋਣੀ ਚਾਹੀਦੀ ਹੈ, ਕਿ ਸਾਊਂਡ ਕਿਸੇ ਵੀ ਡਾਇਰੈਕਸ਼ਨ ਤੋਂ ਆਵੇ, ਮਾਈਕ ਦੀ ਵਰਕਿੰਗ 'ਤੇ ਇਫੈਕਟ ਨਾ ਪਵੇ। ਮਾਈਕ ਹਰ ਪਾਸਿਓਂ ਆਉਣ ਵਾਲੇ ਸਾਊਂਡ ਨੂੰ ਸੇਮ ਤਰ੍ਹਾਂ ਹੀ ਕਨਵਰਟ ਕਰੇ। ਇਹ ਹੈ ਰਿਕੁਆਇਰਮੈਂਟਸ ਆਫ ਅ ਮਾਈਕ ਜਾਂ ਆਫ ਅ ਗੁੱਡ ਮਾਈਕ। ਦੈਨ ਵੀ ਹੈਵ ਕੁਆਲਿਟੀ ਆਫ ਮਾਈਕਰੋਫੋਨ। ਕੁਆਲਿਟੀ ਲਈ ਕਿਹੜੇ ਪੈਰਾਮੀਟਰਸ ਹੈ? ਫਸਟ ਇਜ਼ ਸੈਂਸਿਟੀਵਿਟੀ, ਕਿ ਮਾਈਕ ਕਿੰਨਾ ਸੈਂਸਿਟਿਵ ਹੈ। ਸੈਂਸਿਟੀਵਿਟੀ ਮਤਲਬ ਕਿੰਨੀ ਲਾਈਟ ਤੋਂ ਲਾਈਟ ਸਾਊਂਡ ਵੇਰੀਏਸ਼ਨ ਨੂੰ ਵੀ ਮਾਈਕ ਇਲੈਕਟ੍ਰੀਕਲ ਸਿਗਨਲ ਦੇ ਵਿੱਚ ਕਨਵਰਟ ਕਰ ਸਕਦਾ ਹੈ। ਸੈਕਿੰਡ ਇਜ਼ ਫਰੀਕੁਐਂਸੀ ਰਿਸਪੌਂਸ। ਫਰੀਕੁਐਂਸੀ ਰਿਸਪੌਂਸ ਮਤਲਬ ਮਾਈਕ ਕਿੰਨੇ ਸਾਊਂਡਸ ਦੀ ਫਰੀਕੁਐਂਸੀਜ਼ 'ਤੇ ਸਹੀ ਤਰ੍ਹਾਂ ਵਰਕ ਕਰ ਸਕਦਾ ਹੈ। ਜਿੰਨੀ ਜ਼ਿਆਦਾ ਫਰੀਕੁਐਂਸੀਜ਼ 'ਤੇ ਉਹ ਵਰਕ ਕਰ ਸਕੇ ਵਧੀਆ ਤਰ੍ਹਾਂ, ਓਨਾ ਜ਼ਿਆਦਾ ਉਹਦਾ ਵਧੀਆ ਫਰੀਕੁਐਂਸੀ ਰਿਸਪੌਂਸ ਮੰਨਿਆ ਜਾਂਦਾ ਹੈ। ਥਰਡ ਇਜ਼ ਸਿਗਨਲ ਟੂ ਨੋਇਜ਼ ਰੇਸ਼ੋ, ਕਿ ਜਿੰਨਾ ਉਹਨੇ ਸਿਗਨਲ ਕਨਵਰਟ ਕੀਤਾ ਹੈ ਉਹਦੇ ਵਿੱਚ ਨੋਇਜ਼ ਕਿੰਨੀ ਹੈ। ਇਸ ਕਰਕੇ ਸਿਗਨਲ ਟੂ ਨੋਇਜ਼ ਰੇਸ਼ੋ ਮਿਨੀਮਮ ਹੋਣੀ ਚਾਹੀਦੀ ਹੈ
ਕਿ ਸਿਗਨਲ ਜ਼ਿਆਦਾ ਔਰ ਨੋਇਜ਼ ਜਿਹੜੀ ਹੈ ਉਹ ਮਿਨੀਮਮ ਹੋਣੀ ਚਾਹੀਦੀ ਹੈ। ਇਸ ਕਰਕੇ ਇਹਨੂੰ ਸ਼ਾਰਟ ਫਾਰਮ 'ਚ SNR ਵੀ ਕਿਹਾ ਜਾਂਦਾ ਹੈ। SNR ਹਮੇਸ਼ਾ ਮਾਈਕ੍ਰੋਫੋਨ ਦੀ ਹਾਈ ਚਾਹੀਦੀ ਹੈ, ਹਾਈ ਵੈਲਿਊ ਹੋਣੀ ਚਾਹੀਦੀ ਹੈ ਵਧੀਆ ਮਾਈਕ ਲਈ। ਦੈਨ ਨੈਕਸਟ ਇਜ਼ ਫੋਰਥ ਇਜ਼ ਆਊਟਪੁੱਟ ਇੰਪੀਡੈਂਸ। ਆਊਟਪੁੱਟ ਇੰਪੀਡੈਂਸ ਉਦੋਂ ਯੂਜ਼ ਹੁੰਦਾ ਜਦੋਂ ਮਾਈਕ ਨੂੰ ਆਪਾਂ ਅਗਲੇ ਸਿਸਟਮਸ ਨਾਲ ਕਨੈਕਟ ਕਰਨਾ ਹੈ। ਜਦੋਂ ਕਨੈਕਟ ਕਰਦੇ ਹਾਂ ਦੋ ਸਿਸਟਮਸ ਨੂੰ ਤਾਂ ਇੰਪੀਡੈਂਸ ਮੈਚ ਹੋਣਾ ਬਹੁਤ ਜ਼ਰੂਰੀ ਹੈ। ਇਸ ਕਰਕੇ ਹੀ ਮਾਈਕ ਦਾ ਜਿਹੜਾ ਇਲੈਕਟ੍ਰੀਕਲ ਸਿਗਨਲ ਹੈ ਉਹ ਅੱਗੇ ਸਹੀ ਤਰ੍ਹਾਂ ਬਿਨਾਂ ਲੋਸ ਤੋਂ ਜਾ ਸਕਦਾ ਹੈ। ਫਿਫਥ ਇਜ਼ ਡਿਸਟੋਰਸ਼ਨ। ਡਿਸਟੋਰਸ਼ਨ ਹੈ ਮਾਈਕ ਦੇ ਵਿੱਚ ਨੋਇਜ਼, ਇੱਕ ਤਰ੍ਹਾਂ ਦੀ ਨੋਇਜ਼ ਕਿਵੇਂ ਦੀ ਹੁੰਦੀ ਹੈ, ਮਿਨੀਮਮ ਨੋਇਜ਼ ਹੋਣੀ ਚਾਹੀਦੀ ਹੈ। ਇਸ ਕਰਕੇ ਮਾਈਕ ਦੀ ਵਧੀਆ ਕੁਆਲਿਟੀ ਲਈ ਡਿਸਟੋਰਸ਼ਨ ਮਿਨੀਮਮ ਹੋਣਾ ਚਾਹੀਦਾ ਮਾਈਕ ਦੇ ਵਿੱਚ। ਡਿਪੈਂਡਿੰਗ ਅਪੋਨ ਦਾ ਕੰਸਟਰਕਸ਼ਨ ਐਂਡ ਵਰਕਿੰਗ, ਮਾਈਕ੍ਰੋਫੋਨਸ ਵੀ ਅਲੱਗ-ਅਲੱਗ ਟਾਈਪਸ ਦੇ ਅਵੇਲੇਬਲ ਹੁੰਦੇ ਆ। ਸਭ ਤੋਂ ਪਹਿਲਾ ਟਾਈਪ ਆਫ ਮਾਈਕ੍ਰੋਫੋਨ ਜੋ ਪੜ੍ਹਨ ਜਾ ਰਹੇ ਹਾਂ ਉਹ ਹੈ ਮੂਵਿੰਗ ਕੋਇਲ ਮਾਈਕ੍ਰੋਫੋਨ। ਮੂਵਿੰਗ ਕੋਇਲ ਮਾਈਕ੍ਰੋਫੋਨ ਜਿਹੜੇ ਪ੍ਰਿੰਸੀਪਲ 'ਤੇ ਵਰਕ ਕਰਦਾ ਹੈ ਉਹ ਪ੍ਰਿੰਸੀਪਲ ਦਾ ਨਾਮ ਹੈ ਫੈਰਾਡੇਜ਼ ਲਾਅ ਆਫ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ। ਮਾਈਕਲ ਫੈਰਾਡੇ ਸਾਇੰਟਿਸਟ ਦਾ ਨਾਮ ਹੈ ਜਿਸ ਨੇ ਇਹ ਪ੍ਰਿੰਸੀਪਲ ਡਿਸਕਵਰ ਕੀਤਾ, ਜਿਸ ਨੇ ਪ੍ਰਿੰਸੀਪਲ ਲੱਭਿਆ ਹੈ। ਜਾਂ ਫਿਰ ਇਸ ਪ੍ਰਿੰਸੀਪਲ ਨੂੰ ਪ੍ਰਿੰਸੀਪਲ ਆਫ ਇੰਡਿਊਸਡ EMF ਵੀ ਕਿਹਾ ਜਾਂਦਾ ਹੈ। ਇਹ ਕਿਉਂ ਕਿਹਾ ਜਾਂਦਾ ਹੈ, ਵਰਕਿੰਗ ਜਦੋਂ ਆਪਾਂ ਪੜ੍ਹਾਂਗੇ ਉਸ 'ਚ ਆਪਾਂ ਨੂੰ ਸਮਝ ਆ ਜਾਏਗਾ। ਬੇਸਿਕਲੀ ਇਹ ਪ੍ਰਿੰਸੀਪਲ ਕਹਿੰਦਾ ਕੀ ਹੈ, ਇਹ ਪ੍ਰਿੰਸੀਪਲ ਕਹਿੰਦਾ ਹੈ ਕਿ ਜਦੋਂ ਕੋਈ ਕੰਡਕਟਰ ਜਿਵੇਂ ਕਿ ਕੋਇਲ ਆਫ ਵਾਇਰ ਆਪਾਂ ਮੈਗਨੈਟਿਕ ਫੀਲਡ ਦੇ ਵਿੱਚ ਮੂਵ ਕਰੀਏ ਤਾਂ ਉਹ ਕੰਡਕਟਰ ਦੇ ਵਿੱਚ ਇਲੈਕਟ੍ਰਿਕ ਕਰੰਟ ਪ੍ਰੋਡਿਊਸ ਹੁੰਦਾ ਹੈ। ਇਹ ਹੈ ਫੈਰਾਡੇਜ਼ ਲਾਅ ਆਫ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਦੀ ਡੈਫੀਨੇਸ਼ਨ। ਨੈਕਸਟ ਵੀ ਵਿਲ ਸਟੱਡੀ ਅਬਾਊਟ ਕੰਸਟਰਕਸ਼ਨ ਆਫ ਮੂਵਿੰਗ ਕੋਇਲ ਮਾਈਕ੍ਰੋਫੋਨ। ਕੰਸਟਰਕਸ਼ਨ ਪੜ੍ਹਨ ਤੋਂ ਪਹਿਲਾਂ ਮੂਵਿੰਗ ਕੋਇਲ ਮਾਈਕ੍ਰੋਫੋਨ ਦਿਖਦਾ ਕਿਵੇਂ ਹੈ ਉਹ ਇੱਕ ਪਿਕਚਰ ਸ਼ੇਅਰ ਕਰ ਰਿਹਾ, ਉਸ ਦੇ ਵਿੱਚ ਪਤਾ ਚੱਲੇਗਾ ਕਿ ਮੂਵਿੰਗ ਕੋਇਲ ਮਾਈਕ੍ਰੋਫੋਨ ਦਿਖਦਾ ਕਿਵੇਂ ਹੈ। ਇਹ ਹੈ ਮੂਵਿੰਗ ਕੋਇਲ ਮਾਈਕ੍ਰੋਫੋਨ ਜੋ ਕਿ ਮੋਸਟ ਕਾਮਨਲੀ ਆਪਾਂ ਆਮ ਫੰਕਸ਼ਨਸ ਦੇ ਵਿੱਚ ਇਹੀ ਮਾਈਕ ਯੂਜ਼ ਕੀਤਾ ਜਾਂਦਾ ਹੈ। ਸੋ ਕੰਸਟਰਕਸ਼ਨ ਪੜ੍ਹਨ ਲਈ ਆਪਾਂ ਇਹ ਮਾਈਕ ਦੇ ਅੰਦਰ ਕਿਹੜੇ ਕਿਹੜੇ ਪਾਰਟਸ ਹੈ ਔਰ ਉਹ ਕਿਵੇਂ ਕਿਵੇਂ ਫੰਕਸ਼ਨ ਕਰਦੇ ਆ ਹੁਣ ਉਹ ਸਟੱਡੀ ਕਰਾਂਗੇ। ਇਸ ਡਾਇਗਰਾਮ ਦੇ ਵਿੱਚ ਇਹ ਹੈ ਕਿ ਮਾਈਕ੍ਰੋਫੋਨ ਦਾ ਇੰਟਰਨਲ ਸਟਰਕਚਰ ਕਿਵੇਂ ਹੁੰਦਾ ਔਰ ਕਿਹੜੇ ਕਿਹੜੇ ਪਾਰਟਸ ਕਿਵੇਂ ਕਿਵੇਂ ਕਨੈਕਟਿਡ ਨੇ। ਸਭ ਤੋਂ ਪਹਿਲਾ ਪਾਰਟ ਜੋ ਮਾਈਕ੍ਰੋਫੋਨ ਦਾ ਹੈ ਉਹ ਹੈ ਮੈਗਨੇਟ। ਇਹ ਮੈਗਨੇਟਸ ਜੋ ਹੈ ਇਹ ਈ ਸ਼ੇਪ ਦੇ ਵਿੱਚ ਹੁੰਦੇ ਆ, ਜਿਸ ਦੇ ਕਿ ਦੋ ਆਰਮਸ, ਆਊਟਰ ਆਰਮਸ ਨਾਰਥ ਪੋਲ ਵਾਂਗ ਬਿਹੇਵ ਕਰਦੇ ਆ ਔਰ ਸੈਂਟਰਲ ਆਰਮ ਸਾਊਥ ਪੋਲ ਵਾਂਗ ਬਿਹੇਵ ਕਰਦੀ ਹੈ। ਮੈਗਨੇਟਸ ਦੇ ਵਿੱਚ ਮੈਗਨੈਟਿਕ ਫੀਲਡ ਨਾਰਥ ਟੂ ਸਾਊਥ ਮੂਵ ਕਰਦਾ ਹੈ ਤਾਂ ਇਸ ਨੂੰ ਈ ਸ਼ੇਪ ਰੱਖਣ ਦਾ ਇਹ ਕਾਰਨ ਹੈ ਕਿ ਮੈਗਨੈਟਿਕ ਫੀਲਡ ਇੱਕ ਏਰੀਆ ਦੇ ਵਿੱਚ ਕਨਫਾਈਨਡ ਰਵੇ। ਜੇ ਕੋਈ ਵੀ ਹੋਰ ਸ਼ੇਪ ਦੇਖਦੇ ਹਾਂ ਜਾਂ ਯੂਜ਼ ਕਰਦੇ ਹਾਂ ਉਸ ਦੇ ਵਿੱਚ ਮੈਗਨੈਟਿਕ ਫੀਲਡ ਫੈਲ ਜਾਂਦਾ ਹੈ। ਆਪਾਂ ਨੂੰ ਮੈਗਨੈਟਿਕ ਫੀਲਡ ਨਾਰਥ ਟੂ ਸਾਊਥ ਦੇ ਵਿੱਚ ਇਸ 'ਚ ਈ ਸ਼ੇਪ 'ਚ ਕਨਫਾਈਨਡ ਰਹੇਗਾ ਔਰ ਉਹ ਮੈਗਨੈਟਿਕ ਫੀਲਡ ਦੇ ਵਿੱਚ ਫਿਰ ਕੋਇਲ ਆਪਣੀ ਮੂਵ ਕਰ ਸਕਦੇ ਆ। ਇਸੇ ਕਾਰਨ ਕਰਕੇ ਆਪਾਂ ਈ ਸ਼ੇਪ ਮੈਗਨੇਟ ਲਿਆ ਜਾਂਦਾ ਜਿਸ 'ਚ ਲੋਅਰ ਔਰ ਅਪਰ ਆਰਮਸ ਨਾਰਥ ਪੋਲ N ਨਾਲ ਡਿਨੋਟ ਕੀਤਾ ਗਿਆ ਔਰ ਸੈਂਟਰਲ ਆਰਮ ਸਾਊਥ ਪੋਲ ਵਾਂਗ ਬਿਹੇਵ ਕਰਦੀ ਹੈ ਜੋ ਕਿ S ਨਾਲ ਡਿਨੋਟ ਕੀਤਾ ਗਿਆ। ਸੈਕਿੰਡ ਪਾਰਟ ਮਾਈਕ੍ਰੋਫੋਨ ਦਾ ਹੈ ਡਾਇਆਫਰੈਮ। ਡਾਇਆਫਰੈਮ ਇੱਕ ਬਹੁਤ ਹੀ ਥਿਨ ਮਟੀਰੀਅਲ ਦਾ, ਬਹੁਤ ਲਾਈਟ ਵੇਟ ਪਲਾਸਟਿਕ ਜਾਂ ਨੋਨ ਮੈਗਨੈਟਿਕ ਮਟੀਰੀਅਲ ਦਾ ਡੋਮ ਸ਼ੇਪ ਦਾ ਜਿਹੜਾ ਕਿ ਸ਼ੋਅ ਕੀਤਾ ਗਿਆ ਡਾਇਗਰਾਮ 'ਚ ਇੱਕ ਪਾਰਟ ਹੁੰਦਾ ਮਾਈਕ੍ਰੋਫੋਨ ਦਾ। ਇਹ ਬਹੁਤ ਲਾਈਟ ਰੱਖਿਆ ਜਾਂਦਾ ਹੈ ਕਿਉਂਕਿ ਜਿਹੜੀ ਆਪਣੀ ਆਵਾਜ਼ ਹੈ ਉਹ ਆਵਾਜ਼ ਨੇ ਡਾਇਆਫਰੈਮ ਨਾਲ ਟਕਰਾ ਕੇ ਇਹਨੂੰ ਮੂਵ ਕਰਵਾਉਣਾ ਹੈ। ਇਸ ਲਈ ਇਹ ਲਾਈਟ ਵੇਟ ਰੱਖਿਆ ਜਾਂਦਾ ਕਿ ਇਹ ਆਵਾਜ਼ ਨਾਲ ਈਜ਼ੀਲੀ ਮੂਵ ਹੋ ਸਕੇ, ਕਿਉਂਕਿ ਜੇ ਲਾਈਟ ਵੇਟ ਨਾ ਹੋਵੇ ਤਾਂ ਇਹ ਮੂਵ ਨਹੀਂ ਹੋ ਪਾਏਗਾ ਆਵਾਜ਼ ਨਾਲ। ਇਹ ਡਾਇਆਫਰੈਮ ਆਪਣਾ ਕੋਇਲਸ ਦੇ ਨਾਲ ਡਾਇਰੈਕਟਲੀ ਕਨੈਕਟਿਡ ਹੁੰਦਾ ਹੈ ਔਰ ਜਿਹੜੇ ਆਪਣੇ ਮੈਗਨੇਟਸ ਹੈ ਇਹਨਾਂ ਨਾਲ ਥਰੂ ਸਪਰਿੰਗਸ, ਉਹ ਸਪਰਿੰਗਸ ਦਾ ਨਾਮ ਹੈ ਸਸਪੈਂਸ਼ਨ ਵਾਇਰਸ। ਸਸਪੈਂਸ਼ਨ ਵਾਇਰਸ ਦੇ ਥਰੂ ਕਨੈਕਟਿਡ ਹੁੰਦਾ ਮੈਗਨੇਟ ਦੇ ਨਾਲ, ਜਿਵੇਂ ਡਾਇਗਰਾਮ ਦੇ ਵਿੱਚ ਨਾਰਥ ਪੋਲਸ ਨਾਲ ਕਨੈਕਟਿਡ ਹੈ। ਨੈਕਸਟ ਪਾਰਟ ਇਜ਼ ਕੋਇਲ। ਮੂਵਿੰਗ ਕੋਇਲ ਮਾਈਕ੍ਰੋਫੋਨ ਦਾ ਕੋਇਲ ਸਭ ਤੋਂ ਇੰਪੋਰਟੈਂਟ ਪਾਰਟ ਹੈ। ਇਹ ਕੋਈ ਕੰਡਕਟਿੰਗ ਮਟੀਰੀਅਲਸ ਦੀ ਕੋਇਲਸ ਬਣੀਆਂ ਹੁੰਦੀਆਂ ਜੋ ਕਿ ਮੈਗਨੇਟ ਦੇ ਸੈਂਟਰਲ ਆਰਮ ਦੇ ਅਰਾਊਂਡ ਲਪੇਟੀਆਂ ਜਾਂਦੀਆਂ ਹਨ। ਸੈਂਟਰਲ ਆਰਮ ਦੇ ਅਰਾਊਂਡ ਲਪੇਟੀਆਂ ਗਈਆਂ ਕੋਇਲਸ ਇਸ ਕਰਕੇ ਆਪਣੀ ਹਮੇਸ਼ਾ ਹੀ ਮੈਗਨੈਟਿਕ ਫੀਲਡ ਦੇ ਵਿੱਚ ਰਹਿੰਦੀਆਂ ਹੈ, ਕਿਉਂਕਿ ਮੈਗਨੈਟਿਕ ਫੀਲਡ ਨਾਰਥ ਟੂ ਸਾਊਥ ਰਹਿੰਦਾ ਹੈ। ਇਸ ਕਰਕੇ ਦੋਨੋਂ ਆਊਟਰ ਆਰਮਸ ਨਾਰਥ ਹੈ ਔਰ ਸੈਂਟਰਲ ਆਰਮ ਸਾਊਥ ਹੈ
ਤਾਂ ਕੋਇਲ ਹਮੇਸ਼ਾ ਆਪਣਾ ਮੈਗਨੈਟਿਕ ਫੀਲਡ ਦੇ ਵਿੱਚ ਹੀ ਰਹਿੰਦੀਆਂ ਹੈ। ਕੋਇਲਸ ਜਿਵੇਂ ਕਿ ਸ਼ੋਅ ਕੀਤਾ ਗਿਆ ਹੈ ਡਾਇਆਫਰੈਮ ਨਾਲ ਅਟੈਚਡ ਹੁੰਦੀਆਂ। ਜਿਵੇਂ ਹੀ ਡਾਇਆਫਰੈਮ ਮੂਵ ਕਰਦਾ ਹੈ ਉਵੇਂ ਹੀ ਕੋਇਲਸ ਮੂਵ ਕਰਦੀਆਂ ਔਰ ਮੈਗਨੈਟਿਕ ਫੀਲਡ ਦੇ ਵਿੱਚ ਕੋਇਲ ਜਦੋਂ ਮੂਵ ਕਰਦੀ ਹੈ ਅਕੋਰਡਿੰਗ ਟੂ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਕੋਇਲਸ ਦੇ ਵਿੱਚ ਕਰੰਟ ਇਲੈਕਟ੍ਰਿਕ ਕਰੰਟ ਜਨਰੇਟ ਹੁੰਦਾ ਹੈ। ਲਾਸਟ ਪਾਰਟ ਇਜ਼ ਗ੍ਰਿਲ। ਇਹ ਹੈ ਇੱਕ ਮੈਟਲ ਦੀ ਗ੍ਰਿਲ ਜਾਂ ਮੈਟਲ ਦਾ ਕਵਰ ਹੁੰਦਾ ਹੈ ਜੋ ਕਿ ਇਹ ਸਾਰੇ ਪਾਰਟਸ ਨੂੰ ਸੇਵ ਕਰਦਾ ਹੈ ਕਿਸੇ ਆਊਟਰ ਡੈਮੇਜ ਤੋਂ। ਜੋ ਪਿਛਲੀ ਫੋਟੋ ਦੇ ਵਿੱਚ ਵੀ ਲਾਈਟ ਗ੍ਰੇ ਕਲਰ ਦਾ ਉੱਪਰ ਗ੍ਰਿਲ ਜਾਂ ਮੈਸ਼ ਟਾਈਪ ਨੈਟ ਟਾਈਪ ਆਪਾਂ ਨੂੰ ਜਿਹੜਾ ਕਵਰ ਹੁੰਦਾ ਮਾਈਕ ਦੇ ਉੱਪਰ, ਇਹਦਾ ਮੇਨ ਫੰਕਸ਼ਨ ਇਹ ਹੈ ਕਿ ਜਿਹੜੇ ਵੀ ਇੰਟਰਨਲ ਪਾਰਟਸ ਹੈ ਉਹ ਡੈਮੇਜ ਨਾ ਹੋ ਸਕਣ, ਉਹਨਾਂ ਨੂੰ ਸੇਵ ਕਰਨ ਲਈ ਆਊਟਰ ਗ੍ਰਿਲ ਜਾਂ ਕਵਰ ਆਪਾਂ ਲਾਇਆ ਜਾਂਦਾ ਉੱਪਰ। ਇਹ ਡਾਇਗਰਾਮ ਹੈ ਜਿਸ 'ਚ ਆਪਾਂ ਨੂੰ ਸ਼ੋ ਹੁੰਦਾ ਕਿ ਇਹ ਸਾਰਾ ਪੋਰਸ਼ਨ ਸਾਰੇ ਪਾਰਟਸ ਮਾਈਕ ਦੇ ਛੋਟੇ ਜਿਹੇ ਪੋਰਸ਼ਨ ਦੇ ਵਿੱਚ ਹੀ ਹੁੰਦੇ ਔਰ ਬਾਹਰਲਾ ਪਾਰਟ ਜਿਸ ਨੂੰ ਆਪਾਂ ਗ੍ਰਿਲ ਜਾਂ ਕਵਰ ਕਹਿੰਦੇ ਹਾਂ ਉਹ ਇਹ ਸਾਰੇ ਪਾਰਟਸ ਨੂੰ ਪ੍ਰੋਟੈਕਟ ਕਰਦਾ ਹੈ। ਅਗਲੀ ਚੀਜ਼ ਹੈ ਕਿ ਮਾਈਕ੍ਰੋਫੋਨ ਆਪਣਾ ਕੰਮ ਕਿਵੇਂ ਕਰਦਾ, ਇਹਦੀ ਵਰਕਿੰਗ ਕਿਵੇਂ ਹੈ। ਆਪਾਂ ਜਿਵੇਂ ਕੰਸਟਰਕਸ਼ਨ ਦੇ ਵਿੱਚ ਪੜ੍ਹਿਆ ਸੀ ਕਿ ਈ ਸ਼ੇਪ ਮੈਗਨੇਟ ਉਹ ਮੈਗਨੈਟਿਕ ਫੀਲਡ ਪ੍ਰੋਡਿਊਸ ਕਰਦਾ ਹੈ ਔਰ ਆਪਣੇ ਜਿਹੜੇ ਕੋਇਲਸ ਹੈ ਉਹ ਸੈਂਟਰਲ ਆਰਮ ਦੇ ਅਰਾਊਂਡ ਲਪੇਟੇ ਹੁੰਦੇ ਹੈ। ਇਸ ਕਰਕੇ ਆਪਣਾ ਕੋਇਲ ਹਰ ਟਾਈਮ ਮੈਗਨੈਟਿਕ ਫੀਲਡ ਦੇ ਵਿੱਚ ਰਹਿੰਦਾ ਹੈ। ਵਰਕਿੰਗ ਸਮਝਣ ਲਈ ਸਭ ਤੋਂ ਪਹਿਲਾਂ ਆਪਣਾ ਜਿਹੜਾ ਸਾਊਂਡ ਆਉਂਦਾ ਹੈ ਕਿਸੇ ਵੀ ਡਾਇਰੈਕਸ਼ਨ ਤੋਂ ਡਾਇਆਫਰੈਮ 'ਤੇ ਸਟਰਾਈਕ ਕਰਦਾ ਹੈ। ਸਾਊਂਡ ਆਪਣਾ ਡਾਇਆਫਰੈਮ ਨਾਲ ਟਕਰਾਉਂਦਾ ਹੈ। ਟਕਰਾਉਣ ਦੇ ਨਾਲ ਡਾਇਆਫਰੈਮ ਬਹੁਤ ਲਾਈਟ ਮਟੀਰੀਅਲ ਦਾ ਬਣਿਆ ਹੁੰਦਾ, ਉਹ ਵਾਈਬਰੇਟ ਕਰਦਾ ਹੈ ਜਾਂ ਉਹ ਮੂਵ ਕਰਦਾ ਹੈ। ਜਿਵੇਂ ਹੀ ਡਾਇਆਫਰੈਮ ਮੂਵ ਕਰਦਾ ਹੈ ਡਾਇਆਫਰੈਮ ਆਪਣਾ ਅੱਗੇ ਕਨੈਕਟਿਡ ਹੁੰਦਾ ਹੈ ਕੋਇਲ ਦੇ ਨਾਲ ਅਤੇ ਉਹ ਆਟੋਮੈਟਿਕਲੀ ਕੋਇਲਸ ਨੂੰ ਵੀ ਉਵੇਂ ਹੀ ਮੂਵ ਕਰਵਾਉਂਦਾ ਹੈ। ਸੋ ਆਪਣੇ ਕੋਇਲਸ ਮੂਵ ਕਰਨ ਲੱਗਦੇ ਹੈ। ਜੋ ਆਪਾਂ ਬੇਸਿਕ ਪ੍ਰਿੰਸੀਪਲ ਪੜ੍ਹਿਆ ਸੀ ਕਿ ਫੈਰਾਡੇਜ਼ ਲਾਅ ਆਫ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਕਹਿੰਦਾ ਹੈ ਕਿ ਅਗਰ ਮੈਗਨੈਟਿਕ ਫੀਲਡ ਦੇ ਵਿੱਚ ਕੋਈ ਕੋਇਲ ਮੂਵ ਕਰੇ ਤਾਂ ਉਹ ਕੋਇਲ ਦੇ ਵਿੱਚ ਇਲੈਕਟ੍ਰਿਕ ਕਰੰਟ ਪ੍ਰੋਡਿਊਸ ਹੁੰਦਾ ਹੈ। ਇਸੇ ਤਰ੍ਹਾਂ ਆਪਣਾ ਮੈਗਨੈਟਿਕ ਫੀਲਡ ਦੇ ਵਿੱਚ ਕੋਇਲ ਪਈ ਸੀ, ਡਾਇਆਫਰੈਮ ਮੂਵ ਹੋਣ ਦੇ ਨਾਲ ਆਪਣੀ ਕੋਇਲਸ ਮੂਵ ਹੋਈਆਂ, ਸੋ ਮੈਗਨੈਟਿਕ ਫੀਲਡ ਦੇ ਵਿੱਚ ਆਪਣੀਆਂ ਕੋਇਲ ਮੂਵ ਹੋਈਆਂ। ਇਹ ਮੂਵਮੈਂਟ ਕਰਕੇ ਆਪਣੇ ਉਹ ਕੋਇਲਸ ਦੇ ਵਿੱਚ ਕਰੰਟ ਪ੍ਰੋਡਿਊਸ ਹੋਏਗਾ ਜਾਂ ਆਪਾਂ ਕਹਿ ਸਕਦੇ ਹਾਂ ਇਹ ਕੋਇਲਸ ਦੇ ਵਿੱਚ ਇੱਕ EMF ਪ੍ਰੋਡਿਊਸ ਹੋਈ ਜੋ ਅੱਗੇ ਕਰੰਟ ਬਣ ਜਾਂਦਾ। ਜੋ ਕੋਇਲਸ ਦੇ ਵਿੱਚ EMF ਪ੍ਰੋਡਿਊਸ ਹੋਇਆ ਉਹ ਡਿਪੈਂਡ ਕਿਸ ਚੀਜ਼ 'ਤੇ ਕਰਦਾ ਇਹ ਦੇਖਦੇ ਹਾਂ। EMF ਹੁੰਦਾ ਇਲੈਕਟ੍ਰੋਮੋਟਿਵ ਫੋਰਸ। ਜਿੰਨਾ ਜ਼ਿਆਦਾ EMF ਹੋਏਗਾ ਉਹਦੇ ਅਕੋਰਡਿੰਗਲੀ ਉਨਾ ਹੀ ਜ਼ਿਆਦਾ ਇਲੈਕਟ੍ਰਿਕ ਕਰੰਟ ਫਲੋ ਕਰੇਗਾ। EMF ਦਾ ਫਾਰਮੂਲਾ ਹੈ E = BLV। E ਹੈ EMF ਜਿਹੜੀ ਪ੍ਰੋਡਿਊਸ ਹੋਇਆ, B ਹੈ ਮੈਗਨੈਟਿਕ ਫਲਕਸ ਡੈਂਸਿਟੀ ਜਿਸ ਦੇ ਯੂਨਿਟ ਹੈ ਵੈਬਰ ਪਰ ਮੀਟਰ ਸਕੇਅਰ। ਇੱਥੇ ਡਿਫਾਈਨ ਕੀਤੇ WB ਪਰ ਮੀਟਰ ਸਕੇਅਰ ਨਾਲ। ਇਹ B ਡਿਪੈਂਡ ਕਰਦਾ ਆਪਣੇ ਮੈਗਨੇਟ 'ਤੇ। ਜਿੰਨੀ ਸਟਰੋਂਗ ਮੈਗਨੇਟ ਉਨਾ ਜ਼ਿਆਦਾ ਮੈਗਨੈਟਿਕ ਫਲਕਸ ਡੈਂਸਿਟੀ ਹੋਏਗੀ। ਦੈਨ L ਹੈ ਲੈਂਥ ਆਫ ਕੋਇਲ ਇਨ ਮੀਟਰਸ, ਕਿੰਨੀ ਲੈਂਥ ਹੈ ਕੋਇਲ ਦੀ। V ਹੈ ਵੈਲੋਸਿਟੀ ਆਫ ਕੋਇਲ ਇਨ ਮੀਟਰ ਪਰ ਸੈਕਿੰਡ, ਕਿੰਨੀ ਤੇਜ਼ੀ ਨਾਲ ਉਹ ਮੂਵ ਕਰ ਰਿਹਾ ਕੋਇਲ। ਇਸ ਦੇ ਵਿੱਚ ਆਪਣਾ B ਵੀ ਫਿਕਸ ਹੋ ਜਾਂਦਾ ਕਿਉਂਕਿ ਮੈਗਨੇਟ ਆਪਾਂ ਇੱਕ ਫਿਕਸ ਸਾਈਜ਼ ਦਾ ਲੈ ਲੈਂਦੇ ਹਾਂ। L ਵੀ ਫਿਕਸ ਹੋ ਜਾਂਦਾ ਕਿਉਂਕਿ ਲੈਂਥ ਆਫ ਕੋਇਲ ਵੀ ਆਪਾਂ ਇੱਕ ਵਾਰੀ ਬਣਾ ਲਿਆ ਜਦੋਂ ਫਿਕਸ ਰਹਿੰਦੀ ਹੈ। ਸੋ ਆਪਣਾ E ਡਿਪੈਂਡ ਕਰਦਾ ਹੈ V 'ਤੇ, ਵੈਲੋਸਿਟੀ 'ਤੇ। ਜਿੰਨੀ ਜ਼ਿਆਦਾ ਤੇਜ਼ੀ ਨਾਲ ਆਪਣਾ ਕੋਇਲ ਮੂਵ ਹੋਏਗਾ ਉਨੀ ਜ਼ਿਆਦਾ ਆਪਣੀ EMF ਡਿਵੈਲਪ ਹੋਏਗੀ ਅਤੇ ਅਕੋਰਡਿੰਗਲੀ ਉਨਾ ਹੀ ਜ਼ਿਆਦਾ ਆਪਣਾ ਇਲੈਕਟ੍ਰਿਕ ਕਰੰਟ ਡਿਵੈਲਪ ਹੋਏਗਾ ਜੋ ਅੱਗੇ ਭੇਜਿਆ ਜਾਏਗਾ। ਇਸ ਤਰ੍ਹਾਂ ਆਪਣਾ ਜਿਹੜਾ ਸਾਊਂਡ ਦਾ ਜਿੰਨਾ ਜ਼ਿਆਦਾ ਪ੍ਰੈਸ਼ਰ ਹੋਏਗਾ ਉਨਾ ਹੀ ਜ਼ਿਆਦਾ ਉਹ ਡਾਇਆਫਰੈਮ ਨੂੰ ਮੂਵ ਕਰਵਾਏਗਾ ਅਤੇ ਅਕੋਰਡਿੰਗਲੀ ਡਾਇਆਫਰੈਮ ਅੱਗੇ ਕੋਇਲ ਨਾਲ ਅਟੈਚਡ ਹੈ ਤਾਂ ਕੋਇਲਸ ਵੀ ਉਨੇ ਹੀ ਜ਼ਿਆਦਾ ਮੂਵ ਕਰਨਗੇ। ਇਸ ਕਰਕੇ ਇਹ ਸਾਊਂਡ ਦੀ ਪ੍ਰੈਸ਼ਰ ਵੇਰੀਏਸ਼ਨ 'ਤੇ ਡਿਪੈਂਡ ਕਰਦਾ ਤਾਂ ਕਦੇ ਕਦੇ ਇਸ ਨੂੰ ਪ੍ਰੈਸ਼ਰ ਮਾਈਕ੍ਰੋਫੋਨ ਵੀ ਕਿਹਾ ਜਾਂਦਾ ਹੈ। ਇੱਕ ਹੋਰ ਚੀਜ਼, ਇਹ ਜਿਹੜਾ ਮਾਈਕ੍ਰੋਫੋਨ ਹੈ ਬਹੁਤ ਸੌਫਟ ਸਾਊਂਡ ਹੋਣ ਕਿ ਬਹੁਤ ਲਾਈਟ ਸਾਊਂਡ ਹੈ ਉਹਦੇ ਲਈ ਸੈਂਸਿਟਿਵ ਨਹੀਂ ਹੈ ਇੰਨਾ ਜ਼ਿਆਦਾ, ਕਿਉਂਕਿ ਬਹੁਤ ਲਾਈਟ ਸਾਊਂਡ ਹੈ ਉਹ ਡਾਇਆਫਰੈਮ ਨੂੰ ਬਹੁਤ ਜ਼ਿਆਦਾ ਮੂਵ ਨਹੀਂ ਕਰਵਾ ਪਾਉਂਦੇ, ਉਵੇਂ ਹੀ ਡਾਇਆਫਰੈਮ ਅੱਗੇ ਕੋਇਲ ਨੂੰ ਓਨਾ ਮੂਵ ਨਹੀਂ ਕਰਵਾ ਪਾਉਂਦਾ ਅਤੇ ਆਪਣਾ ਇਲੈਕਟ੍ਰਿਕ ਕਰੰਟ ਜਿਹੜਾ ਹੈ ਉਹ ਓਨਾ ਜਨਰੇਟ ਨਹੀਂ ਹੁੰਦਾ। ਇਸ ਕਰਕੇ ਇਹਦੀ ਸੈਂਸਿਟਿਵਿਟੀ ਬਹੁਤ ਲਾਈਟ ਸਾਊਂਡ ਜਾਂ ਵੈਰੀ ਸੌਫਟ ਸਾਊਂਡ ਲਈ ਉਨੀ ਜ਼ਿਆਦਾ ਨਹੀਂ ਹੈ।
ਫਿਰ ਆਪਣਾ ਜਦੋਂ ਇੱਕ ਵਾਰੀ ਆਪਣੇ ਸਾਊਂਡ ਵੇਰੀਏਸ਼ਨ ਨੂੰ ਇਲੈਕਟ੍ਰਿਕ ਕਰੰਟ 'ਚ ਕਨਵਰਟ ਕਰਤਾ ਇਹ ਮਾਈਕ੍ਰੋਫੋਨ ਨੇ, ਉਹ ਇਲੈਕਟ੍ਰਿਕ ਸਿਗਨਲ ਆਪਾਂ ਵਾਇਰਸ ਨਾਲ ਅੱਗੇ ਭੇਜ ਦਿੰਦੇ ਹਾਂ। ਹੁਣ ਦੇਖਦੇ ਹਾਂ ਕਿ ਐਡਵਾਂਟੇਜਸ, ਡਿਸਐਡਵਾਂਟੇਜਸ ਔਰ ਐਪਲੀਕੇਸ਼ਨਸ ਕੀ ਨੇ ਇਹ ਮਾਈਕ੍ਰੋਫੋਨ ਦੀਆਂ। ਐਡਵਾਂਟੇਜਸ, ਫਾਇਦੇ ਆਪਣੇ ਕੀ ਨੇ ਇਹ ਮਾਈਕ੍ਰੋਫੋਨ ਦੇ। ਪਹਿਲਾ ਐਡਵਾਂਟੇਜ ਹੈ ਇਹ ਮਕੈਨੀਕਲੀ ਰੋਬਸਟ ਹੈ ਕਿ ਈਜ਼ੀਲੀ ਇਹ ਖ਼ਰਾਬ ਨਹੀਂ ਹੁੰਦਾ। ਹੈਂਡਲਿੰਗ, ਨੋਰਮਲ ਹੈਂਡਲਿੰਗ ਦੇ ਵਿੱਚ ਇਹ ਈਜ਼ੀਲੀ ਖ਼ਰਾਬ ਨਹੀਂ ਹੁੰਦਾ, ਇਸ ਕਰਕੇ ਇਹ ਮਕੈਨੀਕਲੀ ਰੋਬਸਟ ਮਾਈਕ ਹੈ। ਸੈਕਿੰਡ ਹੈ ਇਹਨੂੰ ਬਾਇਸ ਵੋਲਟੇਜ ਦੀ ਜ਼ਰੂਰਤ ਨਹੀਂ ਪੈਂਦੀ। ਬਾਇਸ ਵੋਲਟੇਜ ਹੁੰਦੀ ਹੈ ਕਿ ਕਈ ਡਿਵਾਈਸਿਸ ਨੂੰ ਵਰਕ ਕਰਨ ਲਈ ਕੋਈ ਮਿਨੀਮਮ ਵੋਲਟੇਜ ਦੀ ਜ਼ਰੂਰਤ ਪੈਂਦੀ ਹੈ, ਲੇਕਿਨ ਇਹ ਮਾਈਕ੍ਰੋਫੋਨ ਨੂੰ ਐਵੇਂ ਦੀ ਕੋਈ ਵੋਲਟੇਜ ਦੀ ਜ਼ਰੂਰਤ ਨਹੀਂ ਪੈਂਦੀ। ਥਰਡ ਐਡਵਾਂਟੇਜ ਹੈ ਕਿ ਇਹ ਲੋ ਨੋਇਜ਼ ਮਾਈਕ੍ਰੋਫੋਨ ਹੈ, ਕਿ ਨੋਇਜ਼ ਜਿਹੜੀ ਹੈ ਅੰਦਰ ਉਹ ਇੰਨੀ ਜ਼ਿਆਦਾ ਜਨਰੇਟ ਨਹੀਂ ਹੁੰਦੀ ਇਹ ਮਾਈਕ੍ਰੋਫੋਨ ਦੇ ਵਿੱਚ। ਫੋਰਥ ਹੈ ਇਟ ਇਜ਼ ਰੈਜ਼ਿਸਟੈਂਟ ਟੂ ਮੋਇਸਚਰ ਦੇ ਨਾਲ ਇਹ ਈਜ਼ੀਲੀ ਮਾਈਕ੍ਰੋਫੋਨ ਜਿਹੜਾ ਹੈ ਖ਼ਰਾਬ ਨਹੀਂ ਹੁੰਦਾ। ਫਿਫਥ ਹੈ ਥੀਜ਼ ਕੈਨ ਬੀ ਈਜ਼ੀਲੀ ਮਿਨੀਏਚਰਾਈਜ਼ਡ ਮਤਲਬ ਇਹ ਮਾਈਕ੍ਰੋਫੋਨ ਨੂੰ ਬਹੁਤ ਛੋਟੇ ਸਾਈਜ਼ ਦੇ ਵਿੱਚ ਬਣਾਉਣਾ ਕਾਫੀ ਈਜ਼ੀ ਹੈ। ਜਿੰਨਾ ਛੋਟਾ ਸਾਈਜ਼ ਹੋਏਗਾ ਆਪਾਂ ਨੂੰ ਉਨਾ ਹੀ ਹੈਂਡਲ ਕਰਨਾ ਈਜ਼ੀ ਰਹੇਗਾ। ਇਹ ਹੈ ਇਹਦੇ 5 ਐਡਵਾਂਟੇਜਸ, ਫਾਇਦੇ ਕੀ ਨੇ ਇਹ ਮਾਈਕ੍ਰੋਫੋਨ ਦੇ। ਹੁਣ ਆਪਾਂ ਦੇਖਦੇ ਹਾਂ ਡਿਸਐਡਵਾਂਟੇਜਸ, ਕੀ ਨੁਕਸਾਨ ਕੀ ਨੇ। ਫਸਟ ਹੈ ਫਰੀਕੁਐਂਸੀ ਰਿਸਪੌਂਸ ਇਜ਼ ਨੋਟ ਯੂਨੀਫਾਰਮ ਫॉर ਡਿਫਰੈਂਟ ਫਰੀਕੁਐਂਸੀਜ਼, ਮਤਲਬ ਕਿ ਇਹ ਕੁਛ ਫਰੀਕੁਐਂਸੀਜ਼ 'ਤੇ ਬੈਟਰ ਵਰਕ ਕਰਦਾ ਹੈ, ਕੁਛ ਸਾਊਂਡ ਦੀ ਫਰੀਕੁਐਂਸੀਜ਼ 'ਤੇ ਉਨਾ ਵਧੀਆ ਤਰ੍ਹਾਂ ਵਰਕ ਨਹੀਂ ਕਰਦਾ। ਯੂਨੀਫਾਰਮ ਨਹੀਂ ਹੈ, ਹਰ ਫਰੀਕੁਐਂਸੀ 'ਤੇ ਇੱਕੋ ਤਰ੍ਹਾਂ ਕੰਮ ਨਹੀਂ ਕਰਦਾ। ਇਹ ਹੈ ਪਹਿਲਾ ਡਿਸਐਡਵਾਂਟੇਜ। ਸੈਕਿੰਡ ਹੈ ਜਿਵੇਂ ਆਪਾਂ ਪਿੱਛੇ ਦੇਖਿਆ ਸੈਂਸਿਟੀਵਿਟੀ ਲੋ ਹੁੰਦੀ ਹੈ। ਬਹੁਤ ਸੌਫਟ ਸਾਊਂਡ ਜਾਂ ਬਹੁਤ ਲੋ ਸਾਊਂਡ ਲਈ ਓਨਾ ਜ਼ਿਆਦਾ ਇਹ ਸੈਂਸਿਟਿਵ ਨਹੀਂ ਹੈ, ਇਸ ਕਰਕੇ ਆਪਾਂ ਨੂੰ ਐਂਪਲੀਫਿਕੇਸ਼ਨ ਦੀ ਜ਼ਰੂਰਤ ਪੈਂਦੀ ਹੈ ਕਿ ਜਿੰਨਾ ਕਿੰਨੇ ਇਲੈਕਟ੍ਰਿਕ ਕਰੰਟ ਜਨਰੇਟ ਕੀਤਾ ਹੁੰਦਾ ਉਹਨੂੰ ਐਂਪਲੀਫਾਈ ਕਰਕੇ ਵਧਾ ਕੇ ਅੱਗੇ ਭੇਜਣਾ ਪੈਂਦਾ ਹੈ। ਥਰਡ ਹੈ ਕਿ ਜਿਹੜੇ ਕੋਇਲਸ ਸਸਪੈਂਸ਼ਨ ਵਾਇਰ ਨਾਲ ਜੁੜੀਆਂ ਹੁੰਦੀਆਂ, ਕਈ ਵਾਰੀ ਡਿੱਗਣ 'ਤੇ ਜਾਂ ਰਫ ਹੈਂਡਲਿੰਗ 'ਤੇ ਉਹ ਸਸਪੈਂਸ਼ਨ ਵਾਇਰਸ ਟੁੱਟ ਜਾਂਦੀਆਂ, ਤਾਂ ਉਸ ਕਰਕੇ ਆਪਣਾ ਮਾਈਕ੍ਰੋਫੋਨ ਖ਼ਰਾਬ ਹੋ ਸਕਦਾ ਹੈ। ਨਾਓ ਐਪਲੀਕੇਸ਼ਨਸ ਕੀ ਨੇ, ਕਿਸ ਜਗ੍ਹਾ 'ਤੇ ਇਹ ਮਾਈਕਸ ਯੂਜ਼ ਹੁੰਦੇ ਆ। ਮੋਸਟ ਕਾਮਨਲੀ ਆਪਾਂ ਦੇਖਿਆ ਜਾਂਦਾ ਕਿ ਲਾਈਵ ਪਰਫੋਰਮੈਂਸ 'ਤੇ ਕਿਤੇ ਵੀ ਇਹ ਯੂਜ਼ ਹੁੰਦੇ ਆ ਮਾਈਕਸ, ਕਿਉਂਕਿ ਇਹਨਾਂ ਨੂੰ ਕੈਰੀ ਕਰਨਾ ਬਹੁਤ ਈਜ਼ੀ ਹੈ, ਸਾਈਜ਼ ਬਹੁਤ ਛੋਟਾ ਹੈ। ਪਬਲਿਕ ਐਡਰੈਸ ਸਿਸਟਮ, ਕਿਤੇ ਵੀ ਲਾਈਵ ਭਾਸ਼ਣ ਚੱਲ ਰਿਹਾ ਹੈ, ਰੈਲੀ ਚੱਲ ਰਹੀ ਹੈ, ਕਿਤੇ ਲਾਈਵ ਹੋ ਰਿਹਾ ਕੁਛ ਵੀ, ਉੱਥੇ ਇਹ ਮਾਈਕਸ ਯੂਜ਼ ਕੀਤੇ ਜਾਂਦੇ ਹੈ। ਸੈਕਿੰਡ ਐਪਲੀਕੇਸ਼ਨ ਇਟ ਇਜ਼ ਯੂਜ਼ਡ ਇਨ ਬਰੋਡਕਾਸਟਿੰਗ ਐਂਡ ਰਿਕਾਰਡਿੰਗ, ਸਟੂਡੀਓਜ਼ ਦੇ ਵਿੱਚ ਰਿਕਾਰਡਿੰਗਸ ਬਰੋਡਕਾਸਟਿੰਗ ਹੁੰਦੀ ਹੈ, ਉੱਥੇ ਇਹ ਮਾਈਕਸ ਯੂਜ਼ ਹੁੰਦੇ ਆ। ਥਰਡ ਐਪਲੀਕੇਸ਼ਨ ਹੈ ਔਨ ਸਟੇਜ ਸਿੰਗਰਸ ਵੱਲੋਂ ਜਾਂ ਕਿਸੇ ਹੋਰ ਪਰਫਾਰਮਰ ਵੱਲੋਂ ਔਨ ਸਟੇਜ ਇਹ ਮਾਈਕਸ ਯੂਜ਼ ਹੁੰਦੇ ਆ। ਇਹ ਮੋਸਟ ਕਾਮਨਲੀ ਯੂਜ਼ਡ ਮਾਈਕ ਨੇ ਜਿਹੜੇ ਕਿ ਅੱਜ ਕੱਲ੍ਹ ਇਹ ਯੂਜ਼ ਹੁੰਦੇ ਆ।